हाँ जी, वेलकम स्टूडेंट, सत श्री अकाल। ਤਾਂ ਆਪਾਂ ਸਟਾਰਟ ਕੀਤਾ ਹੋਇਆ ਮਾਸਟਰ ਕੇਡਰ ਸਾਇੰਸ। ਮਾਸਟਰ ਕੇਡਰ ਸਾਇੰਸ ਦੇ ਵਿੱਚ ਆਪਾਂ ਕਰ ਰਹੇ ਹਾਂ ਫਿਜ਼ਿਕਸ ਦੇ ਵਿੱਚ ਆਪਾਂ ਬੇਸਿਕ ਕੁਛ ਆਪਾਂ ਜਿਹੜੀਆਂ ਹੈਗੀਆਂ ਨੇ ਵੀਡੀਓਜ਼ ਉਹ ਅਪਲੋਡ ਕੀਤੀਆਂ ਨੇ, ਜਿਵੇਂ ਕਾਲ ਡਾਇਵਰਜੈਂਸ, ਗ੍ਰੇਡੀਐਂਟ ਵਗੈਰਾ। ਤਾਂ ਉਹ ਤੁਸੀਂ ਚੈਨਲ ਦੇ ਉੱਪਰ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ। ਤਾਂ ਨੈਕਸਟ ਆਪਾਂ ਜਿਹੜਾ ਸਟਾਰਟ ਕਰ ਰਹੇ ਹਾਂ 3rd ਯੂਨਿਟ, ਜੋ ਆਪਣੇ ਕੋਲੇ ਮੈਂਸ਼ਨ ਕੀਤਾ ਹੋਇਆ ਆਪਣੇ ਸਿਲੇਬਸ ਦੇ ਵਿੱਚ, ਇਲੈਕਟ੍ਰੋਮੈਗਨੈਟਿਕ ਥਿਊਰੀ। ਇਹ ਤੁਸੀਂ ਵੈਬਸਾਈਟ 'ਤੇ ਵੀ ਜਾ ਕੇ ਦੇਖ ਸਕਦੇ ਹੋ। ਇਲੈਕਟ੍ਰੋਮੈਗਨੈਟਿਕ ਥਿਊਰੀ, ਇਲੈਕਟ੍ਰੋਮੈਗਨੈਟਿਕ ਦੇ ਵਿੱਚ ਆਪਣੇ ਕੋਲ ਇਲੈਕਟ੍ਰੋਸਟੈਟਿਕ ਆ ਜਾਏਗਾ ਅਤੇ ਮੈਗਨੈਟੋਸਟੈਟਿਕ ਆ ਜਾਏਗਾ। ਇਲੈਕਟ੍ਰੋਸਟੈਟਿਕ ਦੇ ਵਿੱਚ ਆਪਣੇ ਕੋਲ ਬੇਸਿਕਲੀ ਜਿਹੜੇ ਆਪਾਂ ਥੋੜ੍ਹਾ ਜਿਹਾ ਓਵਰਵਿਊ ਦੇਖ ਲੈਂਦੇ ਹਾਂ ਇੱਕ ਵਾਰੀ, ਸਿਲੇਬਸ ਕੀ ਕਰਨਾ। ਤਾਂ ਉਸ ਤੋਂ ਬਾਅਦ ਆਪਾਂ ਇਲੈਕਟ੍ਰੋਸਟੈਟਿਕ ਸਟਾਰਟ ਕਰਦੇ ਹਾਂ। ਗੌਸ ਲਾਅ ਐਂਡ ਇਟਸ ਐਪਲੀਕੇਸ਼ਨ, ਲੈਪਲੈਸ ਐਂਡ ਪੋਇਜ਼ਨ ਇਕੁਏਸ਼ਨਸ ਅਤੇ ਬਾਊਂਡਰੀ ਵੈਲਿਊ ਪ੍ਰੋਬਲਮ। ਨੈਕਸਟ ਆਪਣੇ ਕੋਲ ਮੈਗਨੈਟੋਸਟੈਟਿਕ ਦੇ ਵਿੱਚ ਬੋਇਨ-ਸੇਵਿਅਰਸ ਲਾਅ, ਐਂਪੀਅਰ ਲਾਅ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਮੈਕਸਵੈਲ ਇਕੁਏਸ਼ਨਸ। ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲ ਇਹ ਡਾਇਲੈਕਟ੍ਰਿਕਸ, ਕੰਡਕਟਰਸ, ਪੋਲਰਾਈਜੇਸ਼ਨ, ਡਿਸਪਰਸ਼ਨ, ਲੋਰੈਂਟ ਵੇਰੀਐਂਸ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਇਹਦੇ ਵਿੱਚ। ਬੇਸਿਕਲੀ ਜਿਹੜਾ ਇਹ ਆਪਣਾ ਜਿਹੜਾ ਟੌਪਿਕ ਅੱਜ ਕੱਲ੍ਹ ਤੋਂ ਸਟਾਰਟ ਹੋਏਗਾ। ਅੱਜ ਆਪਾਂ ਜਿਹੜਾ ਇਲੈਕਟ੍ਰੋਮੈਗਨੈਟਿਕ ਥਿਊਰੀ ਦੇ ਵਿੱਚ ਇਲੈਕਟ੍ਰੋਸਟੈਟਿਕ ਦਾ ਬੇਸਿਕ ਜਿਹੜਾ ਉਹ ਪੋਰਸ਼ਨ ਸਟਾਰਟ ਕਰਦੇ ਹੈਗੇ ਆ। ਤਾਂ ਇਲੈਕਟ੍ਰੋਸਟੈਟਿਕ ਕੀ ਮਤਲਬ ਹੈ ਇਲੈਕਟ੍ਰੋਸਟੈਟਿਕ ਦਾ? ਇਲੈਕਟ੍ਰੋ ਮੀਨਸ ਚਾਰਜ, ਸਟੈਟਿਕ ਮੀਨਸ ਸਟੇਬਲ। ਚਾਰਜ ਹੈ ਜਿਹੜਾ ਉਹ ਕੀ ਆ ਆਪਣਾ ਮੋਸ਼ਨ ਦੇ ਵਿੱਚ ਨਹੀਂ ਹੈਗਾ। ਜਦੋਂ ਆਪਣਾ ਚਾਰਜ ਹੈ ਜਿਹੜਾ ਉਹ ਸਟੇਬਲ ਹੋਵੇ ਤਾਂ ਉਦੋਂ ਆਪਾਂ ਜਿਹੜੀ ਸਟੱਡੀ ਕਰਦੇ ਉਹਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰੋਸਟੈਟਿਕ। ਤਾਂ ਇਹਦੇ ਵਿੱਚ ਬੇਸਿਕਲੀ ਆਪਾਂ ਜਿਹੜਾ ਇਸ ਲੈਕਚਰ ਦੇ ਵਿੱਚ ਦੇਖਾਂਗੇ ਉਹ ਚਾਰਜ ਬਾਰੇ ਪੜ੍ਹਾਂਗੇ, ਚਾਰਜ ਦੀਆਂ ਪ੍ਰੋਪਰਟੀਜ਼ ਦੇਖਾਂਗੇ ਅਤੇ ਬੇਸਿਕ ਜਿਹੜਾ ਚਾਰਜ 'ਤੇ ਲਾਅ ਵਗੈਰਾ ਜੋ ਵੀ ਹੈ ਆਪਾਂ ਦੇਖਦੇ ਹੈਗੇ ਅੱਗੇ ਜਾ ਕੇ ਕਿਹੜਾ ਲਾਅ ਲੱਗਦਾ ਹੈ। ਜਿਵੇਂ ਕਿ ਆਪਾਂ ਨੂੰ ਵੈਸੇ ਸਾਰਿਆਂ ਨੂੰ ਪਤਾ ਹੋਏਗਾ, ਤਾਂ ਗੈਸ ਕਰੋ ਕਿਹੜਾ ਲਾਅ ਹੋਊਗਾ, ਕਮੈਂਟ ਕਰ ਦਿਓ ਕਿਹੜਾ ਲਾਅ ਹੋਊਗਾ। ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਨੂੰ ਪਤਾ ਹੈਗਾ ਕਿ ਆਪਾਂ ਚਾਰਜ ਦੀ ਗੱਲ ਕਰਨੀ ਹੈ। ਤਾਂ ਚਾਰਜ ਕਦੋਂ ਹੋਊਗਾ ਕਿਸੇ ਬੋਡੀ ਦੇ ਉੱਪਰ, ਕਿਸੇ ਮੈਟਰ ਦੇ ਉੱਪਰ? ਕੋਈ ਵੀ ਮੈਟਰ ਹੈ ਜਿਹੜਾ ਉਹ ਆਪਾਂ ਨੂੰ ਪਤਾ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ ਦਾ ਬਣਿਆ ਹੁੰਦਾ। ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਕਿ ਔਰਬਿਟਸ ਦੇ ਵਿੱਚ ਜਿੱਦਾਂ ਕਿਸੇ ਐਟਮ ਦੇ ਵਿੱਚ, ਕਿਸੇ ਮੈਟਰ ਦੇ ਵਿੱਚ ਐਟਮਸ, ਮੋਲੀਕਿਊਲਸ ਹੁੰਦੇ ਆ। ਤਾਂ ਉਹਦੇ ਵਿੱਚ ਜਿਵੇਂ ਇੱਥੇ ਸੈਂਟਰ ਦੇ ਵਿੱਚ ਆਪਣੇ ਕੋਲ ਕੀ ਹੈ, ਨਿਊਕਲੀਅਸ ਹੁੰਦਾ। ਨਿਊਕਲੀਅਸ ਦੇ ਵਿੱਚ ਨਿਊਕਲੀਅਸ ਦੇ ਆਲੇ ਦੁਆਲੇ ਜਿਹੜੇ ਉਹ ਆਪਣੇ ਕੋਲ ਇੱਥੇ ਇਲੈਕਟ੍ਰੋਨ, ਪ੍ਰੋਟੋਨ ਨੇ ਜਿਹੜੇ ਉਹ ਹੁੰਦੇ ਹੈਗੇ। ਸਭ ਤੋਂ ਪਹਿਲਾਂ ਤਾਂ ਆਪਾਂ ਨਿਊਟਰੋਨ ਦੀ ਗੱਲ ਕਰਦੇ ਹਾਂ। ਨਿਊਟਰੋਨ ਤਾਂ ਕੀ ਹੁੰਦਾ, ਨਿਊਟਰਲ ਹੁੰਦਾ, ਉਹਦੇ 'ਤੇ ਕੋਈ ਚਾਰਜ ਨਹੀਂ ਹੁੰਦਾ। ਤਾਂ ਇਹ ਤਾਂ ਆਪਣੇ ਕੋਲ ਚਾਰਜ ਦੇ ਵਿੱਚ ਕੰਟਰੀਬਿਊਟ ਕਰੂਗਾ ਨਹੀਂ। ਤਾਂ ਪਿੱਛੇ ਰਹਿ ਗਿਆ ਆਪਣੇ ਕੋਲ ਪ੍ਰੋਟੋਨ ਅਤੇ ਇਲੈਕਟ੍ਰੋਨ। ਇਲੈਕਟ੍ਰੋਨ ਦੇ ਉੱਪਰ ਆਪਾਂ ਨੂੰ ਪਤਾ ਨੈਗੇਟਿਵ ਚਾਰਜ ਹੁੰਦਾ ਅਤੇ ਪ੍ਰੋਟੋਨ ਦੇ ਉੱਪਰ ਪੋਜ਼ੀਟਿਵ ਚਾਰਜ ਹੁੰਦਾ। ਪੋਜ਼ੀਟਿਵ ਚਾਰਜ ਹੁੰਦਾ ਅਤੇ ਇਲੈਕਟ੍ਰੋਨ ਦੇ ਉੱਪਰ ਆਪਣੇ ਕੋਲ ਨੈਗੇਟਿਵ ਚਾਰਜ ਹੁੰਦਾ। ਤਾਂ ਹੁਣ ਜੇ ਕਿਸੇ ਬਾਡੀ ਕੋਲ ਪ੍ਰੋਟੋਨ ਅਤੇ ਇਲੈਕਟ੍ਰੋਨ ਹੋ ਗਏ ਸੇਮ, ਪ੍ਰੋਟੋਨ ਅਤੇ ਇਲੈਕਟ੍ਰੋਨ ਹੋ ਗਏ ਸੇਮ, ਤਾਂ ਫਿਰ ਵੀ ਕੋਈ ਚਾਰਜ ਨਹੀਂ ਹੋਊਗਾ। ਬਾਡੀ ਕੀ ਹੋਊਗੀ, ਨਿਊਟਰਲ ਹੋਊਗੀ, ਕਿਉਂਕਿ ਪੋਜ਼ੀਟਿਵ ਅਤੇ ਨੈਗੇਟਿਵ ਇੱਕ ਦੂਜੇ ਨੂੰ ਕੈਂਸਲ ਕਰ ਦੇਣਗੇ। ਬਟ ਜੇ ਆਪਣੇ ਕੋਲ ਕੀ ਆ, ਪੋਜ਼ੀਟਿਵ ਨੰਬਰ ਆਫ ਪ੍ਰੋਟੋਨਸ ਲੈਸ ਦੈਨ ਔਰ ਗ੍ਰੇਟਰ ਦੈਨ ਹੋਣ, ਮਤਲਬ ਕਿ ਨਾਟ ਇਕੁਅਲਸ ਟੂ ਹੋਵੇ ਨੰਬਰ ਆਫ ਇਲੈਕਟ੍ਰੋਨਸ ਦੇ, ਤਾਂ ਆਪਣੇ ਕੋਲ ਬਾਡੀ ਦੇ ਉੱਪਰ ਕੋਈ ਨਾ ਕੋਈ ਚਾਰਜ ਹੋਏਗਾ। ਤਾਂ ਚਾਰਜ ਹੋਏਗਾ। ਇਲੈਕਟ੍ਰੋਨ ਹੀ ਚਾਰਜ ਦੇ ਲਈ ਜਾਂ ਇਹਨਾਂ ਚੀਜ਼ਾਂ ਦੇ ਲਈ ਜਿਹੜੇ ਉਹ ਨੇ ਜ਼ਿਆਦਾਤਰ ਰਿਸਪੋਂਸੀਬਲ ਹੁੰਦੇ ਨੇ। ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਆਪਣੇ ਕੋਲ ਕਿਸੇ ਬਾਡੀ ਦੇ ਵਿੱਚ ਇਲੈਕਟ੍ਰੋਨ ਹੋਣਗੇ, ਤਾਂ ਇਹ ਕੋਈ ਬਾਡੀ ਹੈ, ਇਹਦੇ ਵਿੱਚ ਉੱਪਰ ਆਪਾਂ ਕੋਈ ਰੇਡੀਏਸ਼ਨ ਫਾਲ ਕੀਤੀ, ਜੇ ਕੋਈ ਆਪਾਂ ਰੇਡੀਏਸ਼ਨ ਫਾਲ ਕਰਦੇ ਹਾਂ ਤਾਂ ਇਹਦੇ 'ਚੋਂ ਇਲੈਕਟ੍ਰੋਨ ਹੈ ਜਿਹੜਾ ਉਹ ਅਮਿਟ ਹੁੰਦਾ। ਤਾਂ ਇਲੈਕਟ੍ਰੋਨ ਹੀ ਟਰਾਂਸਫਰ ਹੁੰਦੇ ਨੇ ਇੱਧਰ ਉੱਧਰ ਬਾਡੀਜ਼ ਦੇ ਵਿੱਚ। ਤਾਂ ਇਲੈਕਟ੍ਰੋਨ ਹੀ ਚਾਰਜ ਦੇ ਲਈ ਜਾਂ ਕੰਡਕਟੀਵਿਟੀ ਦੇ ਲਈ ਉਹ ਕੰਡਕਟਰ, ਇਨਸੂਲੇਟਰ ਦੇ ਵਿੱਚ ਜਿਹੜਾ ਇਹ ਰੋਲ ਆਪਾਂ ਉਹ ਇਲੈਕਟ੍ਰੋਨਸ ਦਾ ਹੀ ਗੱਲ ਕਰਦੇ ਹਾਂ। ਕਿ ਜਿਹੜੇ ਲੈਸ ਟਾਈਟਲੀ ਬੌਂਡ ਇਲੈਕਟ੍ਰੋਨਸ ਹੁੰਦੇ ਆ, ਲੈਸ ਟਾਈਟਲੀ ਬੌਂਡ ਇਲੈਕਟ੍ਰੋਨਸ ਹੁੰਦੇ ਆ, ਉਹ ਇੱਧਰ ਉੱਧਰ ਮੂਵ ਕਰਦੇ ਆ, ਟਰਾਂਸਫਰ ਹੁੰਦੇ ਆ ਵਨ ਬਾਡੀ ਟੂ ਅਨਦਰ ਬਾਡੀ, ਜਿਨ੍ਹਾਂ ਦੇ ਕਰਕੇ ਜਿਹੜਾ ਆਪਣਾ ਚਾਰਜ ਵੀ ਟਰਾਂਸਫਰ ਹੁੰਦਾ ਹੈਗਾ। ਜੇ ਤਾਂ ਇਲੈਕਟ੍ਰੋਨ ਜਾ ਰਿਹਾ ਬਾਹਰ ਤਾਂ ਆਪਣਾ ਵਰਕ ਫੰਕਸ਼ਨ ਹੈ ਜਿਹੜਾ ਉਹ ਲੋ ਹੋਏਗਾ। ਜੇ ਇਲੈਕਟ੍ਰੋਨ ਆ ਰਿਹਾ ਤਾਂ ਵਰਕ ਫੰਕਸ਼ਨ ਹੈ ਜਿਹੜਾ ਉਹ ਹਾਈ ਹੋਏਗਾ।
ਤਾਂ ਇਸ ਬੇਸਿਸ ਦੇ ਉੱਤੇ ਕਿ ਆਪਣੇ ਕੋਲ ਇਲੈਕਟ੍ਰੋਨ ਪ੍ਰੋਟੋਨ ਜੋ ਵੀ ਹੈ ਚਾਰਜ ਕੈਰੀਅਰ ਹੁੰਦੇ ਨੇ, ਚਾਰਜ ਕੈਰੀ ਕਰਦੇ ਨੇ, ਤਾਂ ਕਿਵੇਂ ਆਪਣੇ ਕੋਲ ਬਾਡੀਜ਼ ਕਿਹੜੀ ਕਿਹੜੀ ਟਾਈਪ ਦੀਆਂ ਹੁੰਦੀਆਂ ਨੇ। ਕੰਡਕਟਰ ਹੋ ਸਕਦੇ ਆਪਣੇ ਕੋਲ, ਆਪਾਂ ਨੂੰ ਸਾਰਿਆਂ ਨੂੰ ਪਤਾ ਕੰਡਕਟਰ ਕੀ ਹੁੰਦੇ ਆ, ਜਿਹੜੇ ਇਲੈਕਟ੍ਰੀਸਿਟੀ ਨੂੰ ਟਰਾਂਸਫਰ ਕਰਦੇ ਹੈਗੇ, ਮਤਲਬ ਕਿ ਜਿਨ੍ਹਾਂ ਦੇ ਵਿੱਚ ਉਹ ਕਰੰਟ ਪਾਸ ਕਰਦਾ ਹੈਗਾ, ਉਹਨਾਂ ਨੂੰ ਆਪਾਂ ਕੰਡਕਟਰਸ ਕਹਿੰਦੇ ਹਾਂ। ਅਤੇ ਇੰਸੂਲੇਟਰਸ ਉਹ ਵਾਲੇ ਮਟੀਰੀਅਲ ਜਾਂ ਉਹ ਵਾਲੇ ਮੈਟਰ ਹੁੰਦਾ ਜਿਹਦੇ ਵਿੱਚੋਂ ਕਿ ਕਰੰਟ ਹੈ ਜਿਹੜਾ ਉਹ ਪਾਸ ਨਹੀਂ ਕਰਦਾ ਹੈਗਾ। ਬਟ ਨੈਕਸਟ ਜਿਹੜੀ ਟਰਮ ਇਹ ਹੈਗੀ ਆਪਣੇ ਕੋਲ ਇੰਪੋਰਟੈਂਟ, ਡਾਇਲੈਕਟ੍ਰਿਕਸ ਕੀ ਹੁੰਦੇ ਨੇ। ਡਾਇਲੈਕਟ੍ਰਿਕ ਬੇਸਿਕਲੀ ਇੰਸੂਲੇਟਰਸ ਹੀ ਹੁੰਦੇ ਆ, ਬਟ ਕੀ ਕਰਦੇ ਆ, ਇੰਸੂਲੇਟਰਸ ਹੁੰਦੇ ਆ, ਬਟ ਜਦੋਂ ਇਲੈਕਟ੍ਰਿਕ ਫੀਲਡ ਹੈ, ਆਪਾਂ ਕੋਈ ਐਕਸਟਰਨਲ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ, ਤਾਂ ਉਹ ਆਪਣੀ ਸਰਫੇਸ ਦੇ ਉੱਪਰ ਇੰਡਿਊਸਡ ਚਾਰਜਿਸ ਹੈ ਜਿਹੜੇ ਉਹ ਅਪੀਅਰ ਹੋ ਜਾਂਦੇ, ਉਹਨਾਂ ਦੀ ਸਰਫੇਸ ਦੇ ਉੱਪਰ ਇੰਡਿਊਸਡ ਚਾਰਜ ਹੈ ਜਿਹੜਾ ਉਹ ਅਪੀਅਰ ਹੋ ਜਾਂਦਾ, ਇੰਡਿਊਸਡ ਚਾਰਜਿਸ ਅਪੀਅਰ ਔਨ देयर ਸਰਫੇਸ। ਤਾਂ ਇਹ ਉਹ ਇੰਸੂਲੇਟਰਸ ਹੁੰਦੇ ਆ ਜਿਹੜੇ ਕਿ ਵਿਦਆਊਟ ਕੰਡਕਟ ਨਹੀਂ ਕਰਦੇ, ਕੰਡਕਟਰਸ ਨਹੀਂ ਹੁੰਦੇ, ਫਿਰ ਵੀ ਕੀ ਆ ਆਪਣੇ ਕੋਲ ਜਿਹੜਾ ਚਾਰਜ ਆ ਉਹਨੂੰ ਇਲੈਕਟ੍ਰਿਕ ਇਫੈਕਟ ਦੇ ਕਰਕੇ ਜਾਂ ਇਲੈਕਟ੍ਰਿਕ ਇਫੈਕਟ ਨੂੰ ਜਾਂ ਚਾਰਜ ਨੂੰ ਆਪਾਂ ਕਹਿ ਸਕਦੇ ਹਾਂ ਟਰਾਂਸਮਿਟ ਕਰਦੇ ਆ, ਇੱਕ ਬਾਡੀ ਤੋਂ ਦੂਜੀ ਬਾਡੀ ਟਰਾਂਸਮਿਟ ਕਰਦੇ ਹੈਗੇ, ਉਹਨੂੰ ਆਪਾਂ ਕਹਿੰਦੇ ਹਾਂ ਡਾਇਲੈਕਟ੍ਰਿਕਸ। ਧਿਆਨ ਦੇ ਵਿੱਚ ਰੱਖਣਾ ਡਾਇਲੈਕਟ੍ਰਿਕ ਦੀ ਗੱਲ। ਤਾਂ ਨੈਕਸਟ ਆਪਣੇ ਕੋਲ ਆ ਗਈਆਂ ਪ੍ਰੋਪਰਟੀਜ਼ ਚਾਰਜ ਦੀ ਆਪਾਂ ਗੱਲ ਕੀਤੀ। ਚਾਰਜ ਕਿਸੇ ਬਾਡੀ 'ਤੇ ਨੰਬਰ ਆਫ ਇਲੈਕਟ੍ਰੋਨਸ ਪ੍ਰੋਟੋਨਸ ਜੇ ਬਰਾਬਰ ਨਾ ਹੋਣ, ਪ੍ਰੋਟੋਨਸ ਨਾਟ ਇਕੁਅਲ ਟੂ ਇਲੈਕਟ੍ਰੋਨ ਹੋਵੇ, ਤਾਂ ਚਾਰਜ ਹੋਏਗਾ ਪੋਜ਼ੀਟਿਵ ਹੋਏਗਾ ਜਾਂ ਫਿਰ ਨੈਗੇਟਿਵ ਹੋਏਗਾ। ਇਹਨੂੰ ਆਪਾਂ ਕਿਊ ਦੇ ਨਾਲ ਰਿਪਰਜੈਂਟ ਕਰਦੇ ਹਾਂ, ਪੋਜ਼ੀਟਿਵ ਚਾਰਜ ਜਾਂ ਫਿਰ ਨੈਗੇਟਿਵ ਚਾਰਜ। ਹੁਣ ਜੇ ਆਪਣੇ ਕੋਲ ਦੋ ਲਾਈਕ ਚਾਰਜਿਸ ਨੇ, ਪੋਜ਼ਿਟਿਵ ਜਾਂ ਫਿਰ ਨੈਗੇਟਿਵ, ਤਾਂ ਉਹ ਕੀ ਕਰਦੇ ਨੇ, ਇੱਕ ਦੂਜੇ ਨੂੰ ਰਿਪੈਲ ਕਰਦੇ ਆ। ਅਤੇ ਜੇ ਆਪਣੇ ਕੋਲ ਅਨਲਾਈਕ ਚਾਰਜਿਸ ਨੇ, ਪੋਜ਼ੀਟਿਵ ਨੈਗੇਟਿਵ ਜਾਂ ਨੈਗੇਟਿਵ ਪੋਜ਼ੀਟਿਵ, ਅਨਲਾਈਕ ਚਾਰਜਿਸ ਕੀ ਕਰਦੇ ਆ, ਅਟਰੈਕਟ ਕਰਦੇ ਆ। ਇਹ ਬੇਸਿਕ ਗੱਲਾਂ ਨੇ, ਅਟਰੈਕਟ ਕਰਦੇ ਆ। ਨੈਕਸਟ ਆਪਣੇ ਕੋਲ ਪ੍ਰੋਪਰਟੀ ਆ ਜਾਂਦੀ ਹੈ ਕੁਆਂਟਾਈਜੇਸ਼ਨ ਦੇ ਵਿੱਚ ਕੀ ਆਉਂਦਾ ਕਿ ਜਿਵੇਂ ਕੁਆਂਟਾਈਜੇਸ਼ਨ ਕੀ ਹੁੰਦੀ ਹੈ ਆਪਣੇ ਕੋਲ, ਆਪਾਂ ਕਿਹਾ ਕਿਸੇ ਬਾਡੀ ਦੇ ਉੱਪਰ ਚਾਰਜ ਹੋਏਗਾ ਕਿਊ ਪਲੱਸ ਦਾ ਹੋ ਸਕਦਾ, ਮਾਈਨਸ ਦਾ ਹੋ ਸਕਦਾ ਹੈਗਾ। N × E ਨੰਬਰ ਆਫ ਇਲੈਕਟ੍ਰੋਨਸ, E ਦਾ ਮਲਟੀਪਲ, ਚਾਰਜ ਦਾ ਮਲਟੀਪਲ, ਇਲੈਕਟ੍ਰੋਨ ਦੇ ਉੱਪਰ ਚਾਰਜ ਕਿੰਨਾ ਹੁੰਦਾ ਇਹ ਵੀ ਯਾਦ ਰੱਖਣਾ, 1.6 × 10⁻³ ਮਾਈਨਸ ਮਾਸ ਕਿੱਧਰੋਂ ਆ ਗਿਆ ਵਿੱਚ, -19 ਕੂਲਮ, 1.6 × 10⁻⁻19 ਕੂਲਮ। ਤਾਂ 1.6 × 10⁻⁻19 ਦਾ n ਕੀ ਹੈ, ਇੰਟੈਗਰਲ ਮਲਟੀਪਲ ਹੋਏਗਾ ਇਹ। ਇੰਟੈਗਰਲ ਦਾ ਮਤਲਬ ਵੈਲਿਊ ਪੂਰੀ 1 2 3 ਕੁਛ ਵੀ ਹੋ ਸਕਦੀ ਹੈ ਅਪ ਟੂ n। ਤਾਂ ਕਿਊ ਹੈ ਜਿਹੜਾ ਕਿਸੇ ਬਾਡੀ ਦੇ ਉੱਪਰ ਚਾਰਜ ਹੈ ਜਿਹੜਾ ਉਹ ਪਲੱਸ ਮਾਈਨਸ ਹੋ ਸਕਦਾ, ਇੰਟੈਗਰਲ ਮਲਟੀਪਲ ਆਫ ਈ ਹੋਏਗਾ, ਮਤਲਬ ਕਿਤੇ ਫਰੈਕਸ਼ਨ ਦੇ ਵਿੱਚ ਕੋਈ ਨੰਬਰ ਨਹੀਂ ਆਊਗਾ ਵੀ 1/2 ਈ ਕਹਿ ਦਈਏ ਆਪਾਂ, ਇਸ ਤਰ੍ਹਾਂ ਨਹੀਂ ਹੁੰਦਾ। 1 2 3 ਮਲਟੀਪਲ ਆਫ 1.6 × 10⁻⁻19 ਹੋਏਗਾ। ਨੈਕਸਟ ਆਪਣੇ ਕੋਲ ਇਹਦੀ ਪ੍ਰੋਪਰਟੀ ਦੇ ਵਿੱਚ ਆ ਜਾਂਦੀ ਹੈ ਕੰਜ਼ਰਵੇਸ਼ਨ। ਆਪਾਂ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਪੜ੍ਹਦੇ ਰਹਿੰਦੇ ਹਾਂ, ਤਾਂ ਉਹਦੇ ਵਿੱਚ ਕੀ ਆਪਾਂ ਕਹਿੰਦੇ ਹਾਂ, ਨੀਦਰ ਐਨਰਜੀ ਕੈਨ ਨੀਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਉਹੀ ਚੀਜ਼ ਹੈ ਕਿ ਚਾਰਜ ਨੂੰ ਵੀ ਨਾ ਡਿਸਟਰੋਏ ਕੀਤਾ ਜਾ ਸਕਦਾ ਨਾ ਕ੍ਰੀਏਟ ਕੀਤਾ ਜਾ ਸਕਦਾ, ਓਨਲੀ ਕੀ ਹੈ ਟਰਾਂਸਫਰ ਕੀਤਾ ਜਾ ਸਕਦਾ ਵਨ ਬਾਡੀ ਟੂ ਅਨਦਰ ਬਾਡੀ। ਟੋਟਲ ਜਿਹੜਾ ਚਾਰਜ ਹੈਗਾ ਆਲਵੇਜ਼ ਕੀ ਹੈ, ਕੰਜ਼ਰਵ ਰਹਿੰਦਾ ਹੈਗਾ, ਨੈਕਸਟ ਆਪਣੇ ਕੋਲ ਹੈ ਐਡੀਟਿਵ ਪ੍ਰੋਪਰਟੀ ਆਫ ਚਾਰਜ। ਐਡੀਟਿਵ ਪ੍ਰੋਪਰਟੀ ਦਾ ਮਤਲਬ ਕੀ ਹੈ ਕਿ ਆਪਾਂ ਜਿਹੜਾ ਚਾਰਜ ਹੈ ਉਹਨੂੰ ਅਲਜਬਰਿਕਲੀ ਐਡ ਕਰਦੇ ਹੈਗੇ ਆ। ਅਲਜਬਰਿਕਲੀ ਐਡ ਦਾ ਮਤਲਬ ਜੇ ਆਪਣੇ ਕੋਲ Q1 Q2 Q3 Qn ਕੋਈ ਵੀ ਚਾਰਜਿਸ ਨੇ, ਕੋਈ ਪੋਜ਼ੀਟਿਵ ਹੈ ਨੈਗੇਟਿਵ ਹੈ ਜੋ ਵੀ ਹੈ, ਸਾਈਨ ਵਿਦ ਸਾਈਨ ਉਹ ਐਡ ਹੋ ਜਾਣਗੇ। ਟੋਟਲ ਚਾਰਜ ਕੀ ਹੋਊਗਾ, Q1 + Q2 + Q3 Qn, ਸਾਰੇ ਚਾਰਜਿਸ ਦਾ ਸਮ ਹੋ ਜਾਏਗਾ। ਨੈਕਸਟ ਆਪਣੇ ਕੋਲ ਜਿਹੜਾ ਇਹਦਾ ਲਾਅ ਆ ਜਾਂਦਾ ਹੈਗਾ, ਲਾਅ ਦੇ ਵਿੱਚ ਆਪਣੇ ਕੋਲ ਆਉਂਦਾ ਹੈਗਾ ਕੂਲਮ ਲਾਅ, ਵੈਰੀ ਇੰਪੋਰਟੈਂਟ।
ਕੂਲਮਸ ਲਾਅ। ਕੂਲਮ ਲਾਅ ਦੇ ਵਿੱਚ ਕੀ ਹੁੰਦਾ, ਜਿਵੇਂ ਮੰਨ ਲਓ ਆਪਣੇ ਕੋਲ Q1 Q2 ਦੋ ਚਾਰਜਸ ਨੇ, ਡਿਸਟੈਂਸ r ਦੇ ਉੱਪਰ ਰੱਖੇ ਨੇ, ਤਾਂ ਇਹਨਾਂ ਦੇ ਵਿੱਚ ਜਿਹੜਾ ਫੋਰਸ ਹੈ ਉਹ ਕੀ ਹੋਏਗਾ, Q1 × Q2 ਪ੍ਰਪੋਰਸ਼ਨਲ ਹੋਏਗਾ ਕਿਹਦੇ, Q1 Q2 ਪ੍ਰੋਡਕਟ ਆਫ ਚਾਰਜਸ ਓਵਰ ਇਨਵਰਸਲੀ ਪ੍ਰਪੋਰਸ਼ਨਲ ਕਿਹਦੇ ਹੋਏਗਾ, ਸਕੇਅਰ ਦਾ ਡਿਸਟੈਂਸ ਆਫ ਸਕੇਅਰ। ਜੇ ਆਪਾਂ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਇਕੁਅਲ ਟੂ ਪਾਉਂਦੇ ਹਾਂ ਤਾਂ ਕਾਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਆਪਣੇ ਕੋਲ ਕੀ ਹੁੰਦਾ, 1/4πε0 Q1 Q2 Q ਓਵਰ r ਸਕੇਅਰ। r ਸਕੇਅਰ ਮਤਲਬ ਕਿ ਡਿਸਟੈਂਸ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ, ਇਸ ਲਈ ਆਪਾਂ ਇਹਨੂੰ ਕੀ ਕਹਿੰਦੇ ਹਾਂ, ਇਨਵਰਸ ਸਕੇਅਰ ਲਾਅ ਵੀ ਕਹਿੰਦੇ ਹਾਂ। ਇਹ ਤਾਂ ਆਪਾਂ ਨੂੰ ਬੇਸਿਕ ਗੱਲਾਂ ਨੇ ਪਤਾ ਵੀ ਨੇ, ਵੈਸੇ ਇਲੈਕਟ੍ਰੋਸਟੈਟਿਕ ਪੜ੍ਹਨ ਤੋਂ ਪਹਿਲਾਂ ਬਸ ਇੱਕ ਵਾਰੀ ਰਿਵਾਈਜ਼ ਕਰਨੀਆਂ ਜ਼ਰੂਰੀ ਸੀਗੀਆਂ। ਤਾਂ ਇਹਦੇ ਵਿੱਚ ਆਪਣੇ ਕੋਲ 1/4πε0 ਦੀ ਵੈਲਿਊ ਯਾਦ ਰੱਖ ਸਕਦੇ ਹੋ, ਕਮੈਂਟ ਕਰ ਦੇਣੀ ਹੈ ਕਿੰਨੀ ਹੋਏਗੀ, ਠੀਕ ਹੈ। ε0 ਦੀ ਵੈਲਿਊ 8.85 × 10⁻⁻12 ਹੁੰਦੀ ਹੈ। ਇਹਦੇ ਯੂਨਿਟਸ ਕੂਲਮ ਸਕੇਅਰ, ਨਿਊਟਨ -1 ਮੀਟਰ -2 ਹੁੰਦੇ, ਯਾਦ ਰੱਖ ਲੈਣੇ ਆ। ਡਾਇਮੈਂਸ਼ਨ ਫਾਰਮੂਲਾ ਆਪਾਂ ਯਾਦ ਕਰ ਸਕਦੇ ਹਾਂ, m-1 L3 T-4 ਐਂਪੀਅਰ A ਸਕੁਏਅਰ। ਤਾਂ ਇਹ ਚੀਜ਼ਾਂ ਯਾਦ ਰੱਖੀਆਂ ਜਾ ਸਕਦੀਆਂ ਜੇ ਡਾਇਰੈਕਟ ਕੁਐਸਚਨ ਆਉਂਦਾ। ਤਾਂ ਨੈਕਸਟ ਆਪਣੇ ਕੋਲ ਹੈਗਾ, ਜਿਵੇਂ ਆਪਾਂ ਫੋਰਸ ਇਹਦੀ ਆਪਾਂ ਗੱਲ ਕਰਦੇ ਹੈਗੇ ਹਾਂ, Q1 Q2 ਇੱਥੇ ਆ ਗਿਆ ਦੋ ਚਾਰਜਸ ਦੇ ਵਿੱਚ। ਹੁਣ ਆਪਾਂ ਗੱਲ ਕਰਾਂਗੇ ਕਿ ਇਹ ਫੋਰਸ ਹੈ ਜਿਹੜੀ ਇਹ ਆਪਾਂ ਡਾਇਰੈਕਟਲੀ ਦੱਸਿਆ ਹੈਗਾ ਕਿ ਫੋਰਸ ਇਹਨਾਂ ਦੇ ਵਿੱਚ ਹੋਏਗੀ। ਜਦੋਂ ਆਪਾਂ ਇਹ ਦੱਸਣਾ ਹੋਏਗਾ ਕਿ 1 ਦੀ 2 'ਤੇ ਲੱਗ ਰਹੀ ਹੈ ਜਾਂ 2 ਦੀ 1 'ਤੇ ਲੱਗ ਰਹੀ ਹੈ ਫੋਰਸ, ਜੀ ਇਹਦਾ ਮਤਲਬ ਹੈਗਾ 1 2 ਦਾ ਕੀ ਮਤਲਬ ਹੈਗਾ ਕਿ 2 ਲਗਾ ਰਿਹਾ ਫੋਰਸ 1 ਦੇ ਉੱਪਰ, ਇਹਦਾ ਮਤਲਬ ਹੈਗਾ ਕਿ 1 ਲਗਾ ਰਿਹਾ ਫੋਰਸ 2 ਦੇ ਉੱਪਰ। ਤਾਂ ਇਹ ਆਪਾਂ ਦੇਖਦੇ ਹਾਂ ਕਿਵੇਂ ਹੋਏਗਾ। ਤਾਂ ਜਿਵੇਂ ਆਪਣੇ ਕੋਲ ਆ ਗਿਆ F12 ਅਤੇ F21 ਦੀ ਗੱਲ ਕਰਦੇ ਹਾਂ ਆਪਾਂ। ਟੂ ਜੋ ਪਿੱਛੇ ਵਾਲਾ ਉਹ ਅੱਗੇ ਵਾਲੇ 'ਤੇ ਫੋਰਸ ਲਗਾ ਰਿਹਾ ਹੋਵੇਗਾ, ਜਾਂ ਆਪਾਂ ਯਾਦ ਰੱਖ ਸਕਦੇ ਹਾਂ ਇਹਨੂੰ ਕਿ ਪਿਛਲਾ ਅਗਲੇ ਨੂੰ ਧੱਕਦਾ ਰਹਿੰਦਾ ਹੈਗਾ। ਇਸ ਤਰ੍ਹਾਂ ਕਰਕੇ ਕੁਛ ਨਾ ਕੁਛ ਤੁਸੀਂ ਆਪਣੇ ਮਨ ਦੇ ਵਿੱਚ ਬਣਾ ਸਕਦੇ ਹੋ। ਤਾਂ ਜਿਵੇਂ ਆਪਣੇ ਕੋਲ ਹੈਗਾ ਗਾ ਇੱਥੇ ਆਪਣੇ ਕੋਲ ਕਾਂਸਟੈਂਟ 1/4πε0 ਵੀ ਆਪਾਂ ਕਹਿ ਸਕਦੇ ਹਾਂ। Q1 Q2 ਹੁੰਦਾ ਓਵਰ r ਸਕੁਏਅਰ ਹੁੰਦਾ, ਜਦੋਂ ਆਪਣੇ ਕੋਲ ਇੱਥੇ ਨਾਲ r ਕੈਪ ਹੋਵੇ। ਇੱਥੇ ਇੱਕ ਹੋਰ ਤੁਸੀਂ ਉਹ ਵੀ ਯਾਦ ਰੱਖ ਸਕਦੇ ਹੋ, Q1/Q2 ਓਵਰ ਜੇ r ਕਿਊਬ ਹੋਏਗਾ, ਜੇ ਇੱਥੇ ਕਿਊਬ ਹੋਏਗਾ ਤਾਂ ਇੱਥੇ r ਵੈਕਟਰ ਹੋਊਗਾ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਜੇ ਆਪਾਂ ਇਹਦਾ ਮਤਲਬ ਹੈਗਾ 2 ਲਗਾ ਰਿਹਾ ਫੋਰਸ 1 ਦੇ ਉੱਪਰ, ਤਾਂ ਇੱਥੇ ਜਿਹੜਾ ਡਿਸਟੈਂਸ ਹੈਗਾ ਜਿਹੜਾ ਆਪਣਾ r ਵੈਕਟਰ ਹੈ, ਜਾਂ ਆਪਾਂ r ਦੀ ਗੱਲ ਕਰਾਂਗੇ ਤਾਂ ਉਹ ਕਿੱਧਰ ਨੂੰ ਮੇਜਰ ਹੋਊਗਾ, r ਉਸ ਤੋਂ ਉਲਟਾ। ਜੇ 1 2 ਹੈ ਤਾਂ 2 1 ਡਾਇਰੈਕਸ਼ਨ ਇਹ ਲੱਗੇਗੀ ਆਪਣੇ ਕੋਲ। ਅਤੇ ਜੇ ਆਪਣੇ ਕੋਲ ਹੈਗਾ 2 1 ਤਾਂ ਇਹ ਆਪਣੇ ਕੋਲ ਹੋਏਗਾ Q1 Q2 ਓਵਰ r1 2 ਦਾ ਸਕੁਏਅਰ r ਯੂਨਿਟ ਵੈਕਟਰ। ਤਾਂ ਇਹ ਚੀਜ਼ਾਂ ਆਪਾਂ ਯਾਦ ਰੱਖ ਸਕਦੇ ਹਾਂ। ਤਾਂ ਹੁਣ ਇਹਦੇ ਵਿੱਚ ਕੀ ਹੈ, r12 ਜਾਂ r21 ਜਾਂ f12 ਜਾਂ f21 ਦਾ ਮਤਲਬ ਕੀ ਹੈ ਕਿ ਡਾਇਰੈਕਸ਼ਨ ਹੈ ਜਿਹੜੀ ਉਹ ਅਲੱਗ-ਅਲੱਗ ਹੋਏਗੀ। ਜੇ Q1 ਲਗਾ ਰਿਹਾ ਮੰਨ ਲਓ ਫੋਰਸ Q2 'ਤੇ, ਤਾਂ ਉਹ ਇੱਧਰ ਨੂੰ ਲਗਾ ਰਿਹਾ, ਜੇ Q2 ਲਗਾ ਰਿਹਾ ਇੱਧਰ ਨੂੰ ਲਗਾ ਰਿਹਾ। ਵੈਸੇ ਵੀ ਆਪਾਂ ਨੂੰ ਪਤਾ ਹੈਗਾ ਕਿ ਦੋ ਬਾਡੀਜ਼, ਕੋਈ ਵੀ ਬਾਡੀਜ਼ ਜਦੋਂ ਫੋਰਸ ਲਗਾਉਂਦੀਆਂ ਇੱਕ ਦੂਜੀ 'ਤੇ, ਇਕੁਅਲ ਐਂਡ ਆਪੋਜਿਟ ਹੁੰਦਾ ਹੈਗਾ। ਤਾਂ F12 ਕੀ ਆਪਣੇ ਕੋਲ ਇਕੁਅਲ ਹੋਏਗਾ F21 ਦੇ, ਬਟ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈ। ਤਾਂ ਆਪੋਜਿਟ ਹੈ ਤਾਂ ਨੈਗੇਟਿਵ ਸਾਈਨ ਆਏਗਾ। ਤਾਂ ਕੂਲਮਸ ਲਾਅ ਨੂੰ ਆਪਾਂ ਨਿਊਟਨਸ ਥਰਡ ਲਾਅ ਦੇ ਅਕੋਰਡਿੰਗ ਵੀ ਕਹਿ ਸਕਦੇ ਹਾਂ। ਨਿਊਟਨਸ ਥਰਡ ਲਾਅ ਵੀ ਇਹ ਫੋਲੋ ਕਰਦਾ ਹੈਗਾ। ਅਤੇ ਦੂਸਰਾ ਇਨਵਰਸ ਸਕੁਏਅਰ ਲਾਅ ਉਹ ਵੀ ਆਪਾਂ ਯਾਦ ਰੱਖ ਸਕਦੇ ਹਾਂ। ਅਤੇ ਨੈਕਸਟ ਆ ਜਾਂਦੀਆਂ ਇਹਦੀਆਂ ਪ੍ਰੋਪਰਟੀਜ਼, ਫੋਰਸ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ। ਪ੍ਰੋਪਰਟੀਜ਼ ਕੀ ਨੇ ਕਿ ਇੱਕ ਤਾਂ ਇਹ ਸੈਂਟਰਲ ਫੋਰਸ, ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਿਆ ਸੀਗਾ ਕਿ Q1 Q2 ਨੂੰ ਜਿਹੜੀ ਲਾਈਨ ਜੁਆਇਨ ਕਰਦੀ ਹੈਗੀ ਆ, ਉਸ ਦੇ ਅਲੋਂਗ ਇਹ ਐਕਟ ਕਰਦੀ ਹੈ ਫੋਰਸ। ਮਤਲਬ ਕੀ ਹੈ, ਸੈਂਟਰਲ ਫੋਰਸ ਹੁੰਦੀ ਹੈ, ਸੈਂਟਰਲ ਫੋਰਸ। ਨੈਕਸਟ ਆਪਣੇ ਕੋਲ ਕੰਜ਼ਰਵੇਟਿਵ ਫੋਰਸ ਹੁੰਦੀ ਹੈ, ਇਹ ਕੰਜ਼ਰਵੇਟਿਵ ਫੋਰਸ ਹੁੰਦੀ ਹੈ। ਨੈਕਸਟ ਹੈਗੀ ਆਪਣੇ ਕੋਲ ਇਹਦੀ ਪ੍ਰੋਪਰਟੀ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਹੈ। ਇਹ ਚਾਰਜ ਦੀ ਗੱਲ ਕਰ ਰਹੇ ਹਾਂ ਤਾਂ ਇਲੈਕਟ੍ਰੋਸਟੈਟਿਕ ਫੋਰਸ ਹੈ। ਗ੍ਰੈਵੀਟੇਸ਼ਨਲ ਫੋਰਸ ਵੀ, ਫੋਰਸ ਤੋਂ ਕੀ ਹੈ ਇਹ
ग्रेटर होएगी। इलैक्ट्रोस्टैटिक फोर्स है जी वो ग्रैविटेशनल फोर्स तो की होंगी है ग्रेटर होंगी है, तो ये ग्रैविटेशनल फोर्स तो ग्रेटर होएगी। ये भी याद रख सकते हैं। पॉइंट चार्ज ਦੇ ਉੱਪਰ ਕੰਮ ਕਰਦੀ ਹੈ। ਸਿਰਫ ਆਪਾਂ ਗੱਲ ਕੀ ਕਰ ਰਹੇ ਹਾਂ Q1 Q2 ਇਸ ਤਰ੍ਹਾਂ ਪੁਆਇੰਟ ਚਾਰजेस ਦੀ ਗੱਲ ਕਰਦੇ ਹਾਂ। ਰਿਪਲਸਿਵ ਹੋਏਗੀ ਜਾਂ ਅਟਰੈਕਟਿਵ ਹੋਏਗੀ, ਆਪਾਂ ਨੂੰ ਪਤਾ ਹੈਗਾ ਰਿਪਲਸਿਵ ਹੋਊਗੀ ਜਾਂ ਅਟਰੈਕਟਿਵ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜੇ ਲਾਈਕ ਚਾਰजेस ਹੋਣਗੇ ਤਾਂ ਰਿਪਲਸਿਵ ਹੋਊਗੀ, ਜੇ ਅਨਲਾਈਕ ਚਾਰजेस ਹੋਣਗੇ ਤਾਂ ਅਟਰੈਕਟਿਵ ਹੋਊਗੀ। ਲਾਈਕ ਦੇ ਲਈ ਰਿਪਲਸਿਵ ਹੋਊਗੀ। Q1 Q2 ਦਾ ਜਿਹੜਾ ਸਮ ਹੈ ਜੇ ਆਪਣੇ ਕੋਲ ਰਿਪਲਸਿਵ ਹੋਊਗੀ ਜਾਂ ਅਟਰੈਕਟਿਵ ਹੋਊਗੀ, ਉਹ ਕਿੱਥੋਂ ਪਤਾ ਲੱਗੂਗਾ Q1 Q2 ਦੇ ਪ੍ਰੋਡਕਟ ਤੋਂ। Q1 Q2 ਦਾ ਜਿਹੜਾ ਪ੍ਰੋਡਕਟ ਹੈ ਜੇ ਉਹ ਗ੍ਰੇਟਰ ਦੈਨ 0 ਹੋਊਗਾ। ਗ੍ਰੇਟਰ ਦੈਨ 0 ਕਦੋਂ ਹੋਊਗਾ? ਜਦੋਂ ਦੋਨੋਂ ਕੀ ਹੋਣਗੇ ਸੇਮ ਚਾਰजेस, ਯਾਨੀ ਦੀ ਇੱਥੇ ਜਾਂ ਤਾਂ -Q ਹੋਵੇ ਜਾਂ +Q ਹੋਵੇ, ਤਾਂ ਹੀ ਆਪਣੇ ਕੋਲ ਕੀ ਇਹ ਪੋਜ਼ੀਟਿਵ ਵੈਲਿਊ ਆਊਗੀ, ਮਤਲਬ ਲਾਈਕ ਚਾਰजेस ਹੋਣਗੇ। ਲਾਈਕ ਚਾਰजेस ਹੋਣਗੇ ਮਤਲਬ ਇਹ ਰਿਪਲਸਿਵ ਹੋਊਗੀ। ਜੇ ਆਪਣੇ ਕੋਲ ਕੀ ਹੈ Q1 Q2 ਲੈਸ ਦੈਨ 0 ਹੋਵੇ, ਲੈਸ ਦੈਨ 0 ਹੋਊਗਾ ਤਾਂ Q1 Q2 ਲੈਸ ਦੈਨ 0 ਦਾ ਮਤਲਬ ਕੀ ਹੈ ਨੈਗੇਟਿਵ ਆਊਗੀ ਵੈਲਿਊ। ਨੈਗੇਟਿਵ ਦਾ ਮਤਲਬ ਜੇ ਇੱਕ ਨੈਗੇਟਿਵ ਇੱਕ ਪੋਜ਼ੀਟਿਵ ਹੋਊਗਾ ਤਾਂ ਹੀ ਆਪਣੇ ਕੋਲ ਕੀ ਹੈ ਨੈਗੇਟਿਵ ਵੈਲਿਊ ਆਊਗੀ, ਤਾਂ ਫਿਰ ਆਪੋਜਿਟ ਸਾਈਨ ਹੋਣਗੇ। Q1 Q2 ਦੀ ਆਪਾਂ ਕਹਿ ਸਕਦੇ ਹਾਂ ਪੋਲੈਰਿਟੀ ਹੈ ਜਿਹੜੀ ਉਹ ਆਪੋਜਿਟ ਹੋਏਗੀ। ਨੈਕਸਟ ਆਪਣੇ ਕੋਲ ਆ ਜਾਂਦਾ ਡਾਇਲੈਕਟ੍ਰਿਕ ਦੀ ਗੱਲ ਕੀਤੀ ਸੀਗੀ ਆਪਾਂ। ਡਾਇਲੈਕਟ੍ਰਿਕ ਕਾਂਸਟੈਂਟ, ਡਾਇਲੈਕਟ੍ਰਿਕ ਕਾਂਸਟੈਂਟ ਜੋ ਵੀ ਆਪਾਂ ਇੱਥੇ ਫੋਰਸ ਦੇ ਵਿੱਚ ਲਗਾਇਆ ਹੁੰਦਾ 1/4 ਪਾਈ ਐਪਸਾਈਲਨ ਨੋਟ। ਆਪਾਂ ਐਪਸਾਈਲਨ ਨੋਟ ਦੀ ਗੱਲ ਕਰਦੇ ਹਾਂ, ਮਤਲਬ ਏਅਰ ਦੇ ਵਿੱਚ ਗੱਲ ਕਰਦੇ ਹੈਗੇ ਆ ਕਿ ਕੋਈ ਮੀਡੀਅਮ ਨਹੀਂ ਲੈਂਦੇ। ਜੇ ਆਪਾਂ ਉੱਥੇ ਕੋਈ ਮੀਡੀਅਮ ਰੱਖ ਦਿੰਦੇ ਹਾਂ ਤਾਂ ਉਹਦੇ ਵਿੱਚ ਆਪਾਂ ਡਾਇਲੈਕਟ੍ਰਿਕ ਦੀ ਗੱਲ ਕਰਦੇ ਹੈਗੇ, ਰਿਲੇਟਿਵ ਪਰਮਿਟਿਵਿਟੀ ਦੀ ਗੱਲ ਕਰਦੇ ਹਾਂ। ਅਤੇ ਜਿਵੇਂ ਆਪਣੇ ਕੋਲ 1/4 ਪਾਈ ਐਪਸਾਈਲਨ ਨੋਟ Q1 Q2 ਓਵਰ R² ਹੋਵੇ, ਕਿਸੇ ਮੀਡੀਅਮ ਦੇ ਵਿੱਚ ਲੈ ਲਈਏ ਆਪਾਂ ਫੋਰਸ 1/4 ਪਾਈ ਐਪਸਾਈਲਨ, ਉਹ ਇੱਥੇ ਐਪਸਾਈਲਨ ਹੈ ਜਿਹੜਾ ਉਹ ਮੀਡੀਅਮ ਦਾ ਆ ਜਾਏਗਾ, ਜਾਂ ਉਹਨੂੰ M ਲਿਖ ਸਕਦੇ ਹਾਂ ਆਪਾਂ। ਮੀਡੀਅਮ ਦੀ ਗੱਲ ਹੈ, ਨੋਟ ਵਾਲੀ ਹੈ ਜਿਹੜੀ ਉਹ ਆਪਣੀ ਏਅਰ ਦੀ ਗੱਲ ਹੈ ਜਦੋਂ ਕੋਈ ਮੀਡੀਅਮ ਨਹੀਂ ਹੈਗਾ। Q1 Q2 ਓਵਰ R²। ਜੇ ਆਪਾਂ ਇਹਨਾਂ ਦੋਨਾਂ ਦੀ ਜਿਹੜੀ ਰੇਸ਼ੋ ਕਰ ਦਈਏ ਮੀਡੀਅਮ ਅਤੇ F ਮੀਡੀਅਮ ਦੇ ਵਿੱਚ ਅਤੇ F ਜਿਹੜੀ ਹੈਗੀ ਹੈ ਏਅਰ ਦੇ ਵਿੱਚ, ਉਹਨਾਂ ਦੀ ਜੇ ਆਪਾਂ ਰੇਸ਼ੋ ਕਰ ਦਈਏ ਤਾਂ ਇੱਥੇ ਬਾਕੀ ਸਾਰੀਆਂ ਚੀਜ਼ਾਂ ਕੈਂਸਲ ਆਊਟ ਹੋ ਜਾਣਗੀਆਂ। ਆਪਣੇ ਕੋਲ ਕੀ ਬਚੂਗਾ ਐਪਸਾਈਲਨ M ਮੀਡੀਅਮ ਵਾਲਾ ਓਵਰ ਐਪਸਾਈਲਨ ਨੋਟ। ਤਾਂ ਇਸੇ ਚੀਜ਼ ਨੂੰ ਆਪਾਂ ਇਹਦੀ ਰੇਸ਼ੋ ਨੂੰ ਮੀਡੀਅਮ ਦੇ ਵਿੱਚ ਪਰਮਿਟਿਵਿਟੀ ਅਤੇ ਇਹਨੂੰ ਆਪਾਂ ਕਹਿੰਦੇ ਹੈਗੇ ਰਿਲੇਟਿਵ ਪਰਮਿਟਿਵਿਟੀ, ਇਹਨਾਂ ਦੀ ਰੇਸ਼ੋ ਨੂੰ ਆਪਾਂ ਕਹਿੰਦੇ ਹਾਂ ਕੀ ਰਿਲੇਟਿਵ ਪਰਮਿਟਿਵਿਟੀ, ਇਲੈਕਟ੍ਰਿਕ ਪਰਮਿਟਿਵਿਟੀ ਜਾਂ ਫਿਰ ਡਾਇਲੈਕਟ੍ਰਿਕ ਕਾਂਸਟੈਂਟ K ਦੇ ਨਾਮ ਨਾਲ ਇਹਨੂੰ ਆਪਾਂ ਲਿਖਦੇ ਹੈਗੇ ਹਾਂ। ਜਦੋਂ ਆਪਣੇ ਕੋਲ ਕੀ ਹੁੰਦਾ ਡਾਇਲੈਕਟ੍ਰਿਕ ਕਿਵੇਂ ਕੰਮ ਕਰਦਾ ਹੈਗਾ, ਵੈਸੇ ਕੀ ਹੈ ਕਿ ਡਾਇਲੈਕਟ੍ਰਿਕ ਇੱਕ ਇਨਸੂਲੇਟਰ ਹੀ ਹੁੰਦਾ। ਇਨਸੂਲੇਟਰ ਦੇ ਵਿੱਚ ਕੀ ਹੁੰਦਾ ਪੋਜ਼ੀਟਿਵ ਨੈਗੇਟਿਵ ਚਾਰਜ ਇੱਧਰ ਉੱਧਰ ਪਏ ਹੁੰਦੇ ਨੇ, ਤਾਂ ਪੋਜ਼ੀਟਿਵ ਨੈਗੇਟਿਵ ਚਾਰਜ ਇਹ ਡਾਇਲੈਕਟ੍ਰਿਕ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿ ਡਾਇਲੈਕਟ੍ਰਿਕ ਦੇ ਉੱਪਰ ਜਦੋਂ ਆਪਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ, ਜਦੋਂ ਆਪਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ, ਕੋਈ ਇਹਨੂੰ ਬੈਟਰੀ ਲਗਾ ਦਿੱਤੀ ਪੋਜ਼ੀਟਿਵ ਨੈਗੇਟਿਵ ਜੋ ਵੀ ਹੈ, ਤਾਂ ਇਹਦੇ ਪੋਜ਼ੀਟਿਵ ਇੱਕ ਸਾਈਡ ਦੇ ਉੱਪਰ ਜਿਹੜੇ ਉਹ ਹੋ ਜਾਣਗੇ ਅਤੇ ਨੈਗੇਟਿਵ ਨੇ ਜਿਹੜੇ ਉਹ ਦੂਸਰੀ ਸਾਈਡ ਦੇ ਉੱਪਰ ਇਕੱਠੇ ਹੋ ਜਾਣਗੇ, ਅਪੀਅਰ ਹੋ ਜਾਣਗੇ ਸਰਫੇਸ ਦੇ ਉੱਪਰ। ਤਾਂ ਇਸ ਤਰ੍ਹਾਂ ਇਹ ਕੰਡਕਟਰ ਬਣ ਜਾਂਦਾ ਹੈਗਾ। ਤਾਂ ਟੋਟਲ ਜਿਹੜਾ ਚਾਰਜ ਹੈਗਾ ਉਹ ਆਪਣੇ ਕੋਲ ਕੀ ਹੁੰਦਾ ਹੈ, ਟੋਟਲ ਚਾਰਜ ਪਰ ਯੂਨਿਟ ਲੈਂਥ ਦੇ ਉੱਪਰ ਜਿੰਨਾ ਆਪਣੇ ਕੋਲ ਚਾਰਜ ਹੈਗਾ ਇਨਟੂ ਲੈਂਥ, ਜਿੰਨੀ ਆਪਾਂ ਲੈਂਥ ਹੈ ਪਰ ਯੂਨਿਟ ਚਾਰਜ ਲੈਂਥ ਲੈਮਡਾ ਲੈ ਲਿਆ ਮੰਨ ਲਓ ਇਨਟੂ L, ਤਾਂ ਟੋਟਲ ਚਾਰਜ ਆਪਣਾ ਪਰ ਯੂਨਿਟ ਚਾਰਜ ਇਨਟੂ ਲੈਂਥ ਹੁੰਦਾ। ਡਾਇਲੈਕਟ੍ਰਿਕ ਕਾਂਸਟੈਂਟ ਦੇ ਵਿੱਚ ਦੋ ਚੀਜ਼ਾਂ ਯਾਦ ਰੱਖ ਸਕਦੇ ਹੋ। ਡਾਇਲੈਕਟ੍ਰਿਕ ਕਾਂਸਟੈਂਟ ਹੈ ਜਿਹੜਾ ਉਹ ਡਾਇਲੈਕਟ੍ਰਿਕ ਕਾਂਸਟੈਂਟ ਮੈਟਲ ਦਾ ਕਿੰਨਾ ਹੁੰਦਾ, ਮੈਟਲ ਦਾ ਇਨਫਿਨਿਟੀ ਹੁੰਦਾ ਕਿ ਇਨਫਾਈਨਾਈਟ ਆਪਾਂ ਕਹਿ ਸਕਦੇ ਹਾਂ ਪ੍ਰੋਡਿਊਸ ਕਰਦਾ ਹੈਗਾ ਉਹ ਡਾਇਲੈਕਟ੍ਰਿਕ। ਡਾਇਲੈਕਟ੍ਰਿਕ ਕਾਂਸਟੈਂਟ ਇਨਸੂਲੇਟਰ ਦਾ ਕਿੰਨਾ ਹੁੰਦਾ, ਇਨਸੂਲੇਟਰ ਦਾ ਆਲਵੇਜ਼ ਗ੍ਰੇਟਰ ਦੈਨ 1 ਹੁੰਦਾ। ਇਹ ਚੀਜ਼ਾਂ ਅੱਗੇ ਜਾ ਕੇ ਆਪਾਂ ਨੂੰ ਕੰਮ ਆਉਣਗੀਆਂ, ਧਿਆਨ ਦੇ ਵਿੱਚ ਰੱਖਣੀਆਂ ਨੇ। ਅੱਗੇ ਹੈ ਆਪਣੇ ਕੋਲੇ ਆਪਾਂ ਮਾਸ ਆਫ ਇਲੈਕਟ੍ਰੋਨ ਪ੍ਰੋਟੋਨ, ਇਹ ਵੀ ਯਾਦ ਰੱਖ ਸਕਦੇ ਹਾਂ। ਮਾਸ ਆਫ ਇਲੈਕਟ੍ਰੋਨ, ਮਾਸ ਆਫ ਪ੍ਰੋਟੋਨ ਅਤੇ ਮਾਸ ਆਫ ਨਿਊਟਰੋਨ। ਇਹਨਾਂ ਦੀਆਂ ਵੈਲਿਊਜ਼ 9.1040, 9.1 ਯਾਦ ਰੱਖ ਸਕਦੇ ਹੋ, ਉਸ ਤੋਂ ਅੱਗੇ ਨਹੀਂ ਵੀ ਹੋਊਗੀ ਤਾਂ ਕੋਈ ਪ੍ਰੋਬਲਮ ਨਹੀਂ, ਇੰਟੂ 31 kg। ਨੈਕਸਟ ਆ ਗਿਆ 1.67262 ਇੰਟੂ 10⁻⁻27 kg, 1.67। ਇਹਨਾਂ ਦਾ ਵੈਸੇ ਆਲਮੋਸਟ ਸੇਮ ਹੁੰਦਾ, ਬਟ ਜੇ ਆਪਾਂ ਨੂੰ ਪੁੱਛ ਲਿਆ ਜਾਵੇ ਕਿਹਦਾ ਜ਼ਿਆਦਾ ਹੁੰਦਾ
ਤਾਂ ਇੱਥੋਂ ਹੁਣ ਅਗਲੀ ਵੈਲਿਊ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਜਿਹੜਾ ਮਾਸ ਆਫ ਨਿਊਟਰੋਨ ਆ ਉਹ ਥੋੜ੍ਹਾ ਜਿਹਾ ਪ੍ਰੋਟੋਨ ਨਾਲੋਂ ਜ਼ਿਆਦਾ ਹੁੰਦਾ -27 kg। ਤਾਂ ਇਹ ਵੀ ਚੀਜ਼ਾਂ ਆਪਾਂ ਯਾਦ ਰੱਖ ਸਕਦੇ ਹੈਗੇ। ਤਾਂ ਨੈਕਸਟ ਆਪਣੇ ਕੋਲ ਆ ਜਾਏਗਾ ਸੁਪਰਪੋਜੀਸ਼ਨ ਆਫ ਇਲੈਕਟ੍ਰਿਕ ਫੋਰਸ। ਸੁਪਰਪੋਜੀਸ਼ਨ ਆਫ ਇਲੈਕਟ੍ਰਿਕ ਫੋਰਸ। ਇਲੈਕਟ੍ਰਿਕ ਫੋਰਸ ਸੁਪਰਪੋਜੀਸ਼ਨ ਦੀ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਆਪਾਂ ਜਿਵੇਂ ਕਾਫੀ ਸਾਰੇ ਆਪਣੇ ਕੋਲੇ ਚਾਰਜਸ ਹੋਣ ਜਾਂ ਫੋਰਸਿਸ ਹੋਣ, ਉਹਨਾਂ ਕਰਕੇ ਹੁਣ ਆਪਣੇ ਕੋਲੇ ਚਾਰਜਸ ਨੇ Q1 Q2 Q3, ਆਪਾਂ ਦੋਵਾਂ ਦੀ ਗੱਲ ਕਰ ਲਈ ਸੀ। Q3 Q4 ਜ਼ਿਆਦਾ ਚਾਰਜਸ ਹੋਣ, ਕਿਸੇ ਵੀ ਜਿਹੜੇ ਆਪਾਂ ਚਾਰਜ 'ਤੇ ਜਿਹੜੇ ਚਾਰਜ ਦੇ ਲਈ ਆਪਾਂ ਕੱਢਣਾ ਚਾਹੁੰਦੇ ਹਾਂ ਫੋਰਸ, ਤਾਂ ਆਪਾਂ ਉਹ ਬਾਕੀਆਂ ਲਈ ਕੱਢ ਸਕਦੇ ਹੈਗੇ। ਜਿਵੇਂ ਆਪਾਂ ਕੱਢਿਆ ਸੀਗਾ F, ਤਾਂ ਜੇ ਆਪਾਂ ਮੰਨ ਲਓ F ਇੱਥੇ ਆਪਾਂ ਕੋਈ Q0 ਚਾਰਜ ਲੈ ਲਿਆ, F0 ਕੱਢਣਾ Q0 ਦੇ ਉੱਪਰ ਬਾਕੀ ਸਾਰਿਆਂ ਕਰਕੇ ਜਿਹੜਾ ਚਾਰਜ ਫੋਰਸ ਕੱਢਣੀ ਆ, ਤਾਂ ਫੋਰਸ ਵੀ ਐਲਜਬਰਿਕ ਅਸਾਮੀ ਆਪਾਂ ਕਹਿ ਸਕਦੇ ਹੋ ਜਾਏਗਾ 0 1 ਜਿਹੜਾ ਲਗਾ ਰਿਹਾ ਇਹਦੇ ਉੱਪਰ ਫੋਰਸ ਪਲੱਸ F02 ਪਲੱਸ F03 F03 ਜਾਂ ਕਹਿ ਸਕਦੇ ਹਾਂ ਅਪ ਟੂ F0n। ਜਿੰਨੇ ਵੀ ਇੱਥੇ ਚਾਰਜਸ ਹੋਣਗੇ ਉਹ ਜਿੰਨਾ ਵੀ ਫੋਰਸ ਲਗਾ ਰਹੇ ਨੇ ਨੋਟ ਦੇ ਉੱਪਰ Q0 ਦੇ ਉੱਪਰ, ਉਹਨਾਂ ਸਾਰਿਆਂ ਦਾ ਸਮ ਹੋ ਜਾਏਗਾ, ਉਹ ਟੋਟਲ ਆਪਣੇ ਕੋਲੇ ਫੋਰਸ ਹੋ ਜਾਏਗੀ। ਤਾਂ ਇਹ ਆਪਣੇ ਕੋਲੇ ਆ ਗਿਆ ਟੋਟਲ ਫੋਰਸ ਦੀ ਗੱਲ। ਤਾਂ ਇੱਥੋਂ ਜੇ ਆਪਾਂ ਸੁਪਰਪੋਜੀਸ਼ਨ ਦੀ ਗੱਲ ਕਰਦੇ ਹੈਗੇ ਆ, ਤਾਂ ਉਹੀ ਕੀ ਆ ਆਪਣੇ ਕੋਲੇ ਕਿ ਟੋਟਲ ਫੋਰਸ ਔਨ ਐਨੀ ਚਾਰਜ ਲਿਖ ਸਕਦੇ ਹੋ ਤੁਸੀਂ ਡੈਫੀਨੇਸ਼ਨ ਨੂੰ ਵੀ। ਟੋਟਲ ਫੋਰਸ ਔਨ ਐਨੀ ਚਾਰਜ ਡਿਊ ਟੂ ਨੰਬਰ ਆਫ ਅਦਰ ਚਾਰਜਸ, ਬਾਕੀ ਸਾਰੇ ਚਾਰਜਸ ਕਰਕੇ ਐਟ ਰੈਸਟ ਇਜ਼ ਦਾ ਵੈਕਟਰ ਸਮ ਆਫ all the forces on that charge due to other charges। ਬਾਕੀ ਸਾਰੇ ਚਾਰਜਸ ਦਾ ਇੱਕੋ ਸਮੇਂ ਆਪਾਂ ਐਡ ਔਨ ਕਰਕੇ ਉਹ ਟੋਟਲ ਫੋਰਸ ਉਹ ਕੱਢ ਸਕਦੇ ਹਾਂ। ਨੈਕਸਟ ਆਪਣੇ ਕੋਲ ਆ ਜਾਂਦੀ ਹੈ ਚਾਰਜ ਡਿਸਟਰੀਬਿਊਸ਼ਨ। ਚਾਰਜ ਡਿਸਟਰੀਬਿਊਸ਼ਨ ਲੀਨੀਅਰ ਡਿਸਟਰੀਬਿਊਸ਼ਨ ਹੋ ਸਕਦੀ ਹੈ ਚਾਰਜ ਦੀ, ਸਰਫੇਸ ਡਿਸਟਰੀਬਿਊਸ਼ਨ ਹੋ ਸਕਦੀ ਹੈ, ਲੀਨੀਅਰ ਡਿਸਟਰੀਬਿਊਸ਼ਨ, ਸਰਫੇਸ ਡਿਸਟਰੀਬਿਊਸ਼ਨ ਜਾਂ ਫਿਰ ਵੋਲੀਅਮ ਡਿਸਟਰੀਬਿਊਸ਼ਨ। ਵੋਲੀਅਮ ਸਰਫੇਸ ਦੇ ਵਿੱਚ ਆਪਾਂ ਏਰੀਆ ਦੀ ਗੱਲ ਕਰਾਂਗੇ, ਵੋਲੀਅਮ ਦੇ ਵਿੱਚ ਕਲੀਅਰ ਹੈ ਵੋਲੀਅਮ ਦੀ ਗੱਲ ਕਰਾਂਗੇ, ਲੀਨੀਅਰ ਦੇ ਵਿੱਚ ਲੈਂਥ ਦੀ ਗੱਲ ਕਰਾਂਗੇ। ਲੀਨੀਅਰ ਡਿਸਟਰੀਬਿਊਸ਼ਨ ਨੂੰ ਆਪਾਂ ਸਿਗਮਾ ਦੇ ਨਾਲ ਲੈਮਡਾ ਦੇ ਨਾਲ ਰਿਪਰਜੈਂਟ ਕਰਦੇ ਹਾਂ, ਸਰਫੇਸ ਡਿਸਟਰੀਬਿਊਸ਼ਨ ਨੂੰ ਆਪਾਂ ਸਿਗਮਾ ਦੇ ਨਾਲ, ਤੇ ਵੋਲੀਅਮ ਡਿਸਟਰੀਬਿਊਸ਼ਨ ਨੂੰ ਆਪਾਂ ਰੋ ਦੇ ਨਾਲ ਲਿਖਦੇ ਹੈਗੇ। ਤਾਂ ਚਾਰਜ ਔਨ ਸਮੋਲ ਲੈਂਥ ਡਿਵਾਈਡਡ ਬਾਈ ਚਾਰਜ ਔਨ ਸਮੋਲ ਲੈਂਥ, ਚਾਰਜ ਔਨ ਸਮਾਲ ਲੈਂਥ ਔਨ ਸਮੋਲ ਏਰੀਆ ਆ ਜਾਏਗਾ ਆਪਣਾ, ਇਸ ਦੇ ਨਾਲ ਲਿਖ ਦਿੰਦੇ ਆਪਾਂ ਇਹਨੂੰ। ਵੋਲੀਅਮ ਵਾਲੇ ਨੂੰ ਆਪਾਂ ਵੋਲੀਅਮ ਦੇ ਨਾਲ ਲਿਖਾਂਗੇ। ਤਾਂ ਇਹ ਆਪਾਂ ਲੀਨੀਅਰ ਸਰਫੇਸ 'ਤੇ ਚਾਰਜ ਡੈਂਸਿਟੀਜ਼ ਦੀ ਗੱਲ ਕਰਦੇ ਹਾਂ ਜਾਂ ਆਪਾਂ ਡਿਸਟਰੀਬਿਊਸ਼ਨਸ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਕਰਾਂਗੇ ਕੁਛ ਨਿਊਮੈਰੀਕਲਸ ਕਰਾਂਗੇ ਆਪਾਂ ਡਾਇਲੈਕਟ੍ਰਿਕ ਦੇ, ਅਤੇ ਡਾਇਰੈਕਸ਼ਨ ਆਫ ਫੋਰਸ ਦੇ ਬੇਸਿਕ ਜਿਹੜਾ ਆਪਾਂ ਉਹ ਨਿਊਮੈਰੀਕਲਸ ਕਰਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੌਸ ਲਾਅ ਐਂਡ ਐਪਲੀਕੇਸ਼ਨਸ ਦੇ ਉੱਪਰ। ਤਾਂ ਜਿਹੜਾ ਫੁੱਲ ਸਿਲੇਬਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਕਿ ਜਿਹੜਾ ਆਪਾਂ ਫੁੱਲ ਸਿਲੇਬਸ ਹੈ ਉਹ ਫਰੀ ਦੇ ਵਿੱਚ, ਫਿਜ਼ਿਕਸ ਦਾ ਫੁੱਲ ਸਿਲੇਬਸ ਫਸਟ ਟਾਈਮ YouTube ਦੇ ਉੱਪਰ ਫਰੀ ਦੇ ਵਿੱਚ ਹੋ ਰਿਹਾ, ਤਾਂ ਉਹ ਤੁਸੀਂ ਉਹਦਾ ਬੈਨੀਫਿਟ ਉਠਾ ਸਕਦੇ ਹੋ। ਥੈਂਕ ਯੂ, ਕੀਪ ਵਾਚਿੰਗ।